ਗੁਰਪਿਆਰੀ ਸਾਧ ਸੰਗਤ ਜੀ, ਮੈਂ ਵਿਨੋਦ ਜੋ ਲੰਡਨ ਇੰਗਲੈਂਡ ਵਿੱਚ ਰਹਿੰਦਾ ਹਾਂ। ਆਪ ਜੀ ਦੇ ਲਈ ਪੂਜਯ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨ ਲੈ ਕੇ ਹਾਜ਼ਰ ਹੋਇਆ ਹਾਂ। ਬੇਨਤੀ ਹੈ ਕਿ ਜੇ ਕੋਈ ਵੀ ਪ੍ਰੇਮੀ ਇਹਨਾਂ ਵਚਨਾਂ ਨੂੰ ਸੁਣੇ ਤੇ ਕੋਸ਼ਿਸ਼ ਕਰਕੇ ਇਹਨਾਂ ਵਚਨਾਂ ਤੋਂ ਲਾਭ ਉਠਾਵੇ। ਤਾਂ ਸਾਧ ਸੰਗਤ ਜੀ, ਪੇਸ਼ ਹਨ ਪੂਜਯ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨ ਤੇ ਅੱਜ ਕੱਲ੍ਹ ਤੋਂ ਅੱਗੇ। ਵਚਨ ਨੰਬਰ 1135। ਅੱਜ ਰਾਤ ਦੀ ਮਜਲਿਸ ਵਿੱਚ ਡੇਰਾ ਜਗਮਾਲ ਵਾਲੀ ਆਪਣੀ ਔਰ ਨਿਭਾਈਏ ਹਰ ਪਰੇ ਕੀ ਜੀਤ ਪਲਟੂ ਸਾਹਿਬ ਜੀ ਦੀ ਬਾਣੀ ਪੜ੍ਹੀ ਗਈ। ਪੂਜਯ ਮਨੀਸ਼ ਸਾਹਿਬ ਜੀ ਨੇ ਇੱਕ ਲੜਕੇ ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ ਕਿ ਸੁਣਦੇ ਹੋ ਬੀਕਾਨੇਰੀ, ਹਾਰ ਦੀ ਵੀ ਪਰਵਾਹ ਨਾ ਕਰੇ, पलटू बाजी लाइए दो विधि से राम, जो मैं हारूं राम की, जो जीतूं तो राम। ये लाइन ही ऐसी है, इस विच घाटा ही नहीं। हार दी परवाह ना करे, गिर गिर के उठे, ये लड़ाई लड़नी पैंदी है। तो फिर फरमाया ये उम्र भर की लड़ाई है, मिंट मिंट की लड़ाई है। मस्ताना जी कहा करते सन कि मिंट मिंट की लड़ाई है, मिंट मिंट का खरेब है। मन नाल झगड़ा, मन नाल सत। असी अपनी तरफों तो फसल नूं तैयार करते हाँ। कदे औड़ लग गई, कदे पानी नहीं मिलता, कदे हनेरी आ गई। यह सिमरन भी इसी तरह है, कदे बन गया कदे नहीं। फिर मजलिस की समाप्ति करते हुए पूज्य मनीष साहब जी ने फरमाया, चलो हुण जागो ते मन नाल लड़ो ते रात नूं सिमरन करो। वचन नंबर 1136। ਅੱਜ ਪਿੰਡ ਅਰਨੀਆਵਾਲਾ ਤੋਂ ਇੱਕ ਲੜਕਾ ਰਕੇਸ਼ ਦਰਬਾਰ ਵਿੱਚ ਰਹਿਣ ਲਈ ਆਇਆ ਹੋਇਆ ਹੈ ਤੇ ਉਸਨੇ ਅਜਬ ਮौज ਮਸਤੀ ਕੀ ਇਹ ਜ਼ਿੰਦਗੀ ਹੈ। ਜਦ ਇਹ ਸ਼ਬਦ ਬੋਲਿਆ ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਫਰਮਾਇਆ ਕਿ ਇਹ ਸਭ ਪੁਰਾਣੀਆਂ ਭਗਤੀਆਂ ਨੇ। ਇਸਨੇ ਇਸ ਵਾਰ ਹੀ ਨਾਮ ਲਿਆ ਹੈ। ਕਹਿੰਦਾ ਹੈ ਕਿ ਮੈਂ ਤਾਂ ਡੇਰੇ ਵਿੱਚ ਹੀ ਰਹੂੰਗਾ, ਕਿਸੇ ਦਾ ਲੈਣਾ ਹੈ, ਕਿਸੇ ਦਾ ਦੇਣਾ ਹੈ ਤੇ ਕਿਸੇ ਦਾ ਕਿਵੇਂ। वचन नंबर 1137। गुरबाणी का शब्द हम सुख पाया तो सबे सुहेले। तो पूज्य मनीष साहब जी ने फरमाया कि सारे कानून थल्ले ही रह जाते हैं, उत्थे कोई पुछण वाला नहीं, पुछण वाला काल नेड़े भी नहीं आता। अते फिर पूज्य मनीष साहब जी ने अगे फरमाया कि ये राज लैना सी, दुनिया एवें ही लड़ लड़ के मर गई। वचन नंबर 1138। ਅੱਜ ਮਸਤਾਨਾ ਜੀ ਦੇ ਜਨਮ ਦਿਨ ਦਾ ਭੰਡਾਰਾ ਹੈ ਤੇ ਰਾਤ ਦੇ ਸਤਸੰਗ ਅੰਦਰ ਪੂਜਯ ਮਨੀਸ਼ ਸਾਹਿਬ ਜੀ ਨੇ ਗੁਰਬਾਣੀ ਦੇ ਸ਼ਬਦ ਕਿਮ ਕਿਮ ਵਰਸੇ ਅੰਮ੍ਰਿਤ ਧਾਰਾ ਤੇ ਸਤਸੰਗ ਕਰਦੇ ਹੋਏ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਇਹ ਜੋ ਦੇਹ ਹੈ ਇਨਸਾਨ ਦੀ, ਦੇਖਣ ਨੂੰ ਤਾਂ 5-6 ਫੁੱਟ ਦੀ ਹੈ, ਮਗਰ ਮਾਲਕ ਨੇ ਇਸ ਦੇ ਅੰਦਰ ਇੱਕ ਅਜੀਬ ਖੇਲ ਰੱਖਿਆ ਹੈ। ਅਜੀਬ ਭੇਦ ਹਨ। ਇਸ ਕਾਇਆ ਅੰਦਰ ਸਭ ਕੁਝ ਵਸੇ, ਖੰਡ ਮੰਡਲ ਪਾਤਾਲਾ। ਤੇ ਅੱਗੇ ਫਰਮਾਇਆ ਕਿ ਉਹ ਮਾਲਕ ਨੇ ਜਿਸ ਨੇ ਇਸ ਸਰੀਰ ਦੀ ਰਚਨਾ ਕੀਤੀ ਹੈ ਉਹ ਵੀ ਇਸ ਸਰੀਰ ਦੇ ਅੰਦਰ ਹੈ। ਤੇ ਫਿਰ ਅੱਗੇ ਫਰਮਾਇਆ ਕਿ ਜੋ ਨਾਮ ਹੈ, ਜੋ ਅੰਮ੍ਰਿਤ ਹੈ। ਫਿਰ ਫਰਮਾਇਆ ਕਿ नौनिध अमृत प्रभ का नाम, देहि में उसका विश्राम। ਉਹ ਨਾਮ ਵੀ ਇਸ ਦੇ ਅੰਦਰ ਹੈ। ਤੇ ਫਿਰ ਫਰਮਾਇਆ ਸਭ ਦੇ ਅੰਦਰ ਅੰਮ੍ਰਿਤ ਵਸ ਰਿਹਾ ਹੈ, ਸਭ ਦੇ ਅੰਦਰ ਅਨਹਦ ਆ ਰਿਹਾ ਹੈ। वचन नंबर 1139। पूज्य मनीष साहब जी ने फरमाया कि जिन्ने ग्रंथ शास्त्र हैं सारे इस दे अंदरों निकले हैं। अनहद दे विच भी शांति है, पर जदों प्रलय आउंदी है तो वह भी फना हो जाता है। उत्थे परमानेंट शांति नहीं, वह शांति तरलोकी तो पार जाके मिलती है। जो कामल फकीर मालिक की दरगाह तो आउंदे ने उन्हां दी यही तालीम है कि इस बाणी नूं पकड़ो जो इस दे अंदरों आ रही है। फिर फरमाया घट अंतरे सच्ची बाणी, सच आप पछाणे राम। तो फिर फरमाया जो सच्ची खुशी की दात है, सच्चे नाम की दात है, सच्चे अमृत की दात है, वो सतगुर ने अपने हत्थ च रखी है। तो जेड़ा जन्म मरण का सिलसिला है वो काल दे सुपुर्द कीता है। वचन नंबर 1140। पूज्य मनीष साहब जी ने ਅੱਗੇ ਫਰਮਾਇਆ ਕਿ ਸਤਿਗੁਰ ਚਾਹੇ ਖੁਦ ਆਏ, ਚਾਹੇ ਆਪਣੇ ਸੰਤਾਂ ਨੂੰ ਭੇਜੇ, ਇਹ ਸੰਤਾਂ ਦੇ ਜ਼ਰੀਆ ਹੀ ਜਾ ਸਕਦਾ ਹੈ। ਫਿਰ ਫਰਮਾਇਆ ਕਿ ਜੁਗਾਂ ਜੁਗੰਤਰ ਸਤਿਗੁਰੂ ਦੂਸਰ ਹੁਆ ਨਾ ਹੋਏ,
ਸ਼ਬਦ ਬੋਲਿਆ ਤਾਂ ਪੂਜ ਮਨੀਸ਼ ਸਾਹਿਬ ਜੀ ਨੇ ਫਿਰ ਫਰਮਾਇਆ ਕਿ ਜਿਨ੍ਹਾਂ ਪ੍ਰੇਮੀਆਂ ਦਾ, ਜਿਨ੍ਹਾਂ ਗੁਰਮੁਖਾਂ ਦਾ ਉਹਨਾਂ ਨਾਲ ਤਲਕ ਪਿਆ, ਕੋਰਸ ਕੀਤਾ, ਉਹਨਾਂ ਦਾ ਰਸਤਾ ਅਖਤਿਆਰ ਕੀਤਾ, ਉਹ ਮਾਲਕ ਦੀ ਦਰਗਾਹ 'ਚ ਪਹੁੰਚ ਗਏ। ਬਾਕੀ ਸਭ ਇਸੇ ਤਰ੍ਹਾਂ ਹੀ ਧੱਕੇ ਖਾਂਦੇ ਰਹਿ ਗਏ। ਬਚਨ ਨੰਬਰ 1141। ਪੂਜ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਜਿਨ੍ਹਾਂ ਫਕੀਰਾਂ ਨੇ ਉਹ ਨਾਮ ਦਾ ਰਸ ਲਿੱਤਾ ਹੈ, ਉਹਨਾਂ ਨੇ ਸਾਨੂੰ ਉਹ ਰਸ ਦੀਆਂ ਕਹਾਣੀਆਂ ਸੁਣਾਈਆਂ, ਉਸ ਰਸ ਦੇ ਰਾਗ ਸੁਣਾਏ। ਅਸੀਂ ਉਹਨਾਂ ਰਾਗਾਂ 'ਚ ਹੀ ਰਹਿ ਗਏ, ਉਹ ਰਸ ਨਾ ਲਿਆ। ਉਹਨਾਂ ਕਿਹਾ ਕਿ ਤੁਸੀਂ ਵੀ ਇਸ ਰਸ ਨੂੰ ਹਾਸਲ ਕਰੋ। ਫਿਰ ਪੂਜ ਮਨੀਸ਼ ਸਾਹਿਬ ਜੀ ਨੇ ਘੋਕਿਆਂ ਵਾਲੀ ਬਾਰਾਤ ਸ਼ਰਾਬੀਆਂ ਦੀ ਗੱਲ ਸੁਣਾਈ ਕਿ ਬੇਗੂ ਵਾਲੇ ਪਿਆਰਾ ਸਿੰਘ ਦੀ ਮਸਤੀ ਦੀ ਸਾਖੀ ਵੀ ਸੁਣਾਈ। ਅਤੇ ਫਿਰ ਫਰਮਾਇਆ ਅਸੀਂ ਉਸ ਮਸਤੀ ਦੇ ਰਾਗ ਤਾਂ ਗਾਉਂਦੇ ਹਾਂ, ਪਰ ਉਹ ਮਸਤੀ ਨਾ ਕੱਢੀ। ਅਤੇ ਫਿਰ ਫਰਮਾਇਆ ਕਿ ਜਿਵੇਂ ਪੁਰਾਣੇ ਫਕੀਰਾਂ ਦੀਆਂ ਸਾਖੀਆਂ ਗਾਉਂਦੇ ਨੇ, ਕੱਲ੍ਹ ਨੂੰ ਇਹ ਵੀ ਗਾਉਣ ਲੱਗ ਜਾਣਗੇ। ਅਤੇ ਫਿਰ ਫਰਮਾਇਆ ਕਿ ਮਸਤਾਨਾ ਜੀ ਜਿੱਥੇ ਜਿੱਥੇ ਤਵੱਜੋ ਮਾਰਦੇ ਸੀ, ਬੁੱਧੂ ਤੋਂ ਬੁੱਧੂ ਵੀ ਇਸ ਤਰ੍ਹਾਂ ਦੇ ਸ਼ਬਦ ਗਾਉਂਦਾ ਸੀ ਕਿ ਸਭ ਨੂੰ ਮਸਤ ਕਰ ਦਿੰਦਾ ਸੀ। ਫਿਰ ਫਰਮਾਇਆ ਕਿ ਅਸੀਂ ਬਾਂਸੁਰੀ ਦੀ ਆਵਾਜ਼ ਸੁਣ ਕੇ ਤਾਂ ਖੁਸ਼ ਹੁੰਦੇ ਹਾਂ, ਪਰ ਬਾਂਸੁਰੀ ਵਜਾਉਣ ਵਾਲੇ ਬਾਰੇ ਨਹੀਂ ਸੋਚਦੇ। ਅਤੇ ਫਿਰ ਪੂਜ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਜਿਵੇਂ ਡਾਕਟਰੀ ਬਾਰੇ ਸੋਚਦੇ ਹਾਂ ਕਿ ਡਾਕਟਰ ਨੇ ਆਪਣੇ ਅੰਦਰੋਂ ਡਾਕਟਰੀ ਕਿਵੇਂ ਕੱਢੀ ਹੈ, ਸਭ ਦੇ ਅੰਦਰ ਹੈ। ਇੰਜੀਨੀਅਰਿੰਗ ਸਭ ਦੇ ਅੰਦਰ ਹੈ, ਡਾਕਟਰੀ ਸਭ ਦੇ ਅੰਦਰ ਹੈ। ਠੀਕ ਇਸੇ ਤਰ੍ਹਾਂ ਹੀ ਉਹ ਸ਼ਾਂਤੀ ਵੀ ਸਭ ਦੇ ਅੰਦਰ ਹੈ। ਉਸ ਮਸਤੀ ਦੇ ਗੀਤ ਤਾਂ ਗਾਏ, ਪਰ ਉਹ ਮਸਤੀ ਨਾ ਕੱਢੀ। ਵਚਨ ਨੰਬਰ 1143। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ ਵਿੱਚ ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ ਕਵਾਲੀ ਬੋਲੀ ਤਾਂ ਪੂਜ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਸੁਣੋ ਬਈ, ਜੇ ਨਲਾਇਕ ਤੋਂ ਨਲਾਇਕ ਵੀ ਲੜਕਾ ਹੋਵੇ ਤਾਂ ਮਾਂ ਬਾਪ ਤਾਂ ਉਸ 'ਤੇ ਮਿਹਰ ਹੀ ਕਰਦੇ ਨੇ, ਅਤੇ ਜੇ ਹੁਕਮ ਮੰਨੇ ਤਾਂ ਫਿਰ ਹੋਰ ਮਿਹਰ ਹੈ। ਉਹ ਸਤਿਗੁਰ ਦਿਆਲੂ ਹੈ, ਕਿਰਪਾਲੂ ਹੈ। ਜੋ ਕੁਝ ਕਰੇ ਉਹ ਤਾਂ ਦੇਣ ਆਉਂਦੇ ਨੇ ਅਤੇ ਕੋਈ ਲੈਣ ਵਾਲਾ ਨਹੀਂ ਮਿਲਦਾ। ਫਿਰ ਫਰਮਾਇਆ ਕਿ ਸਤਿਗੁਰ ਸਭ ਕੋ ਦੇਤ ਹੈ, ਲੇਤਾ ਨਹੀਂ ਕੋਈ। ਅਤੇ ਫਿਰ ਫਰਮਾਇਆ ਕਿ ਦੁਨੀਆ ਦੀ ਆਸਾ ਤ੍ਰਿਸ਼ਨਾ ਛੱਡੇ, ਇਹ ਫੇਰ ਮਿਲਦਾ ਹੈ। ਵਚਨ ਨੰਬਰ 1144। ਅਤੇ ਪੂਜ ਮਨੀਸ਼ ਸਾਹਿਬ ਜੀ ਨੇ ਅੱਗੇ ਫਰਮਾਇਆ ਕਿ ਬਾਣੀ 'ਚ ਆਉਂਦਾ ਹੈ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪੜਿਆ ਰੇ। ਅਤੇ ਫਿਰ ਪੂਜ ਮਨੀਸ਼ ਸਾਹਿਬ ਜੀ ਨੇ ਮਸਤਾਨਾ ਜੀ ਦੇ ਵਕਤ ਦੀ ਇੱਕ ਗੱਲ ਸੁਣਾਈ ਕਿ ਇੱਕ ਨਿੰਦਕ ਸੀ, ਮਸਤਾਨਾ ਜੀ ਦਾ ਸਤਸੰਗ ਸੀ ਅਤੇ ਉਹ ਕੋਲ ਦੀ ਲੰਘ ਗਿਆ। ਦਰਸ਼ਨ ਹੀ ਕੀਤੇ ਸੀ ਅਤੇ ਮੌਤ ਦੇ ਵਕਤ ਬੜੀ ਤਕਲੀਫ ਆਈ। ਸਾਰੇ ਇਸ਼ਟ ਧਿਆ ਲਏ, ਕੋਈ ਨਾ ਆਇਆ। ਅਤੇ ਫਿਰ ਨਾਲੇ ਤਾਂ ਗਾਲ ਕੱਢੀ ਅਤੇ ਕਹਿੰਦਾ, ਉਹ ਸੱਚੇ ਸੌਦੇ ਵਾਲਿਆ ਤੂੰ ਹੀ ਆ ਜਾ। ਤਾਂ ਮਸਤਾਨਾ ਜੀ ਝੱਟ ਆ ਗਏ, ਕਹਿੰਦੇ ਪਰਸੋਂ ਲੈ ਜਾਵਾਂਗੇ। ਅਤੇ ਫਿਰ ਪੂਜ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਜਿਸ ਨੇ ਪੂਰਨ ਤਾਕਤ ਦੇ ਦਰਸ਼ਨ ਵੀ ਕਰ ਲਏ ਨੇ, ਉਸ ਦੀ ਵੀ ਸੰਭਾਲ ਹੁੰਦੀ ਹੈ। ਅਤੇ ਫਿਰ ਪੂਜ ਮਨੀਸ਼ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਫਰਮਾਇਆ ਕਿ ਬਸ ਰੂੜਾ ਕੂੜਾ ਹੀ ਬਣਨਾ ਔਖਾ ਹੈ। ਇਹ ਰੂੜਾ ਕੂੜਾ ਬਣ ਜਾਏ ਤਾਂ ਉਹ ਸਤਿਗੁਰ ਤਿਆਰ ਹੈ। ਜਦ ਤੱਕ ਇਹ ਰੂੜਾ ਕੂੜਾ ਨਹੀਂ ਬਣਦਾ ਤੇ ਬਣਦਾ ਵੀ ਕੁਝ ਨਹੀਂ। ਇਹ ਕਹਿ ਲੈਣਾ ਆਸਾਨ ਹੈ ਕਿ ਸਭ ਕੁਝ ਸਤਿਗੁਰ ਤੇਰਾ ਹੀ ਹੈ, ਪਰ ਦੇਣਾ ਬੜਾ ਮੁਸ਼ਕਲ ਹੈ। ਅਤੇ ਫਿਰ ਫਰਮਾਇਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਇੱਕ ਸਿੱਖ ਸੀ। ਸਾਰੇ ਕਹਿਣ ਲੱਗੇ ਜੀ ਇਹ ਬੜਾ ਵੱਡਾ ਸਿੱਖ ਹੈ, ਬੜਾ ਪ੍ਰੇਮੀ ਹੈ। ਇੱਕ ਦਿਨ ਗੁਰੂ ਸਾਹਿਬ ਕਹਿੰਦੇ ਕਿ ਕੱਪੜਾ ਲਿਆ। ਇਹ ਬਾਜ਼ਾਰ 'ਚ ਗਿਆ ਅਤੇ ਬਹੁਤ ਸੋਹਣਾ ਥਾਨ ਲੈ ਕੇ ਆਇਆ। ਤਾਂ ਘਰਵਾਲੀ ਨੇ ਦੇਖ ਲਿਆ, ਕਹਿੰਦੀ ਇਹ ਕੀ ਹੈ? ਤਾਂ ਉਸਨੇ ਕਿਹਾ ਕਿ ਗੁਰੂ ਸਾਹਿਬ ਨੇ ਮੰਗਵਾਇਆ ਹੈ। ਕਹਿੰਦੀ ਇਹ ਤਾਂ ਕੱਪੜਾ ਬਹੁਤ ਸੋਹਣਾ ਹੈ, ਇਹ ਤਾਂ ਮੈਂ ਰੱਖਣਾ ਹੈ, ਬੱਚਿਆਂ ਦੇ ਕੱਪੜੇ ਬਣਵਾਵਾਂਗੇ। ਉਸਨੇ ਬਹੁਤ ਕਿਹਾ, ਨਹੀਂ ਇਹ ਤਾਂ ਗੁਰੂ ਸਾਹਿਬ ਜੀ ਨੇ ਮੰਗਵਾਇਆ ਹੈ, ਲੈ ਕੇ ਜਾਣਾ ਹੈ। ਪਰ ਘਰਵਾਲੀ ਨਹੀਂ ਮੰਨੀ ਅਤੇ ਆਪਣੇ ਪਤੀ ਨੂੰ ਕਹਿੰਦੀ ਕਿ ਤੂੰ ਹੋਰ ਲਿਆ ਦੇ। ਅਤੇ ਉਸਨੇ ਕਿਹਾ ਕਿ ਇਸ ਦੇ ਨਾਲ ਦਾ ਹੋਰ ਨਹੀਂ ਹੈ। ਅਤੇ ਘਰਵਾਲੀ ਕਹਿੰਦੀ ਕਿ ਤੂੰ ਗੁਰੂ ਸਾਹਿਬ ਜੀ ਨੂੰ ਕਹੀਂ ਕਿ ਇਸ ਦੇ ਨਾਲ ਦਾ ਕੱਪੜਾ ਨਹੀਂ ਮਿਲਿਆ। ਹੁਣ ਉਹ ਬੜਾ ਮਜਬੂਰ ਹੋ ਗਿਆ। ਦੂਸਰੇ ਦਿਨ ਗਿਆ, ਕਹਿੰਦਾ ਜੀ ਕੱਪੜਾ ਤਾਂ ਮਿਲਿਆ ਨਹੀਂ। ਤਾਂ ਉਸ ਦੀ ਔਰਤ ਨੇ ਉਥਾਨ ਕੱਢ ਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਰੱਖ ਦਿੱਤਾ ਅਤੇ ਗੁਰੂ ਸਾਹਿਬ ਨੂੰ ਕਹਿੰਦੀ ਕਿ ਇਹ ਸਿੱਖ ਤੁਹਾਡਾ ਹੈ ਜਾਂ ਸਾਡਾ। ਤਾਂ ਫਿਰ ਪੂਜ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਕਹਿ ਦੇਣਾ ਆਸਾਨ ਹੈ, ਪਰ ਦੇਣਾ ਬਹੁਤ ਹੀ ਔਖਾ ਹੈ। ਵਚਨ ਨੰਬਰ 1145। ਅੱਜ ਡੇਰਾ ਜਗਮਾਲ ਵਾਲੀ ਵਿੱਚ ਸਟੇਜ 'ਤੇ ਆਉਣ ਤੋਂ ਪਹਿਲਾਂ ਸਟੇਜ ਸੈਕਟਰੀ ਬਲਰਾਜ ਜੀ ਨੇ
ਪੂਜਯ ਮਨੇਰ ਸਾਹਿਬ ਜੀ ਵੱਲੋਂ ਸੰਗਤ ਲਈ ਭੇਜੀਆਂ ਕੁਝ ਹਦਾਇਤਾਂ ਪੜ੍ਹ ਕੇ ਸੁਣਾਈਆਂ। ਪਹਿਲੀ ਹਦਾਇਤ ਕਿ ਆਪ ਸੰਗਤ ਬੱਚਿਆਂ ਦਾ ਨਾਮ ਰਖਾਉਣ ਲਈ ਵਾਰ-ਵਾਰ ਮਜਬੂਰ ਕਰਦੇ ਹੋ। ਇਹ ਨਾਮ ਰੱਖਣੇ ਬੰਦ ਕਰ ਦਿਆਂਗੇ। ਅਗਰ ਕਿਸ ਨੇ ਆਪਣੇ ਬੱਚੇ ਦਾ ਨਾਮ ਰਖਾਉਣਾ ਹੈ ਤਾਂ ਨਾਮ ਸੋਮਵਾਰ ਰੱਖਿਆ ਕਰਾਂਗੇ। ਅਤੇ ਦੂਜੀ ਹਦਾਇਤ ਬਲਰਾਜ ਜੀ ਨੇ ਪੜ੍ਹ ਕੇ ਸੁਣਾਈ ਕਿ ਜਿਹੜੇ ਸਤਸੰਗੀ ਪੂਜਯ ਮਨੇਰ ਸਾਹਿਬ ਜੀ ਨੂੰ ਸਹਿਣ 'ਚ ਮਿਲਣ ਜਾਂਦੇ ਨੇ ਉਹ ਇਸ ਗੱਲ ਦਾ ਖਾਸ ਖਿਆਲ ਰੱਖਣ ਕਿ ਅਗਰ ਕੋਈ ਖਾਸ ਹੀ ਪਰਮਾਰਥ ਦੀ ਗੱਲ ਕਰਨੀ ਹੈ ਤਾਂ ਹੀ ਅੰਦਰ ਜਾਓ, ਬਾਕੀ ਹੋਰ ਕੋਈ ਦੁਨੀਆ ਦਾ ਝੰਜਟ ਦੀਆਂ ਗੱਲਾਂ ਬਾਤਾਂ ਕਰਨ ਲਈ ਅੰਦਰ ਨਹੀਂ ਜਾਣਾ। ਤੀਸਰਾ, ਬਾਕੀ ਕਈ ਆਦਮੀ ਜਾਂਦੇ ਨੇ, ਕੰਮ ਵੀ ਕੋਈ ਖਾਸ ਨਹੀਂ ਹੁੰਦਾ, ਉਸੇ ਤਰ੍ਹਾਂ ਹੀ ਅੰਦਰ ਸਹਿਣ 'ਚ ਜਾ ਕੇ ਬੈਠੇ ਰਹਿੰਦੇ ਨੇ। ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਬਾਕੀ ਅੱਜ ਤੋਂ ਬਾਅਦ ਸੋਮਵਾਰ ਨੂੰ ਹੀ ਨਾਮ ਦਿੱਤਾ ਜਾਇਆ ਕਰੇਗਾ। ਵਚਨ ਨੰਬਰ 1146। ਸਤਸੰਗ ਦੀ ਕਾਰਵਾਈ ਤੁਲਸੀ ਸਾਹਿਬ ਜੀ ਦੀ ਬਾਣੀ ਪ੍ਰਿਥਮ ਬੰਦੋ ਸਤਿਗੁਰੂ ਸਵਾਮੀ ਤੋਂ ਸ਼ੁਰੂ ਕਰਦੇ ਹੋਏ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਇਹ ਤੁਲਸੀ ਸਾਹਿਬ ਜੀ ਦਾ ਸ਼ਬਦ ਹੈ। ਅਤੇ ਫਿਰ ਫਰਮਾਇਆ ਕਿ ਮਾਲਕ ਨੇ ਉਸ ਸਤਪੁਰਸ਼ ਨੇ ਜਦੋਂ ਰਚਨਾ ਕੀਤੀ ਤਾਂ ਉਸ ਦਾ ਖਿਆਲ ਹੋਇਆ ਕਿ ਮੈਂ ਰਚਨਾ ਕਰਾਂ, ਤਾਂ ਰਚਨਾ ਦਾ ਕੰਮ ਕਾਲ ਦੇ ਸਪੁਰਦ ਕੀਤਾ। ਉਸ ਕਾਲ ਨੇ ਆਤਮਾ ਨੂੰ ਲੈ ਕੇ ਕੈਦ ਕੀਤਾ ਹੋਇਆ ਹੈ, ਨਾਲ ਮਨ ਚੌਕੀਦਾਰ ਲਾ ਦਿੱਤਾ ਗਿਆ ਹੈ। ਹੋਰ ਕੀ ਕੀਤਾ ਕਿ ਪਾਪ ਪੁੰਨ ਦਾ ਜਾਲ ਪਾ ਦਿੱਤਾ ਹੈ। पाप पुण्य के सत्य ही ठहर रहा ब्रह्मांड, इन दोनों के मृत ही होत खंड हो खंड। तो फिर फरमाया कि विरले जन को होत है पाप पुण्य की सूझ, उतरे सोई भौजाल से बहुते रहे अरूज। वचन नंबर 1147। ਤੇ ਅੱਗੇ ਪੂਜਯ ਮਨੇਰ ਸਾਹਿਬ ਜੀ ਨੇ ਸਤਸੰਗ ਵਿੱਚ ਫਰਮਾਇਆ ਕਿ ਤੁਲਸੀ ਸਾਹਿਬ ਜੀ ਕਹਿੰਦੇ ਨੇ ਕਿ ਪਹਿਲਾਂ ਅਸੀਂ ਉਸ ਸਤਿਗੁਰੂ ਨੂੰ ਨਮਸਕਾਰ ਕਰਦੇ ਹਾਂ ਜਿਸ ਨੇ ਇਹ ਸਾਰੀ ਰਚਨਾ ਕੀਤੀ ਹੈ, ਅਤੇ ਫਿਰ ਉਹਨਾਂ ਕਾਮਲ ਸੰਤਾਂ ਨੂੰ ਨਮਸਕਾਰ ਕਰਦੇ ਹਾਂ। ਅਤੇ ਫਿਰ ਫਰਮਾਇਆ ਕਿ ਉਹਨਾਂ ਦੀ ਮਿਹਰ ਨਾਲ ਹੀ ਸਾਧੂ ਮਿਲਦੇ ਨੇ। ਅਤੇ ਫਿਰ ਫਰਮਾਇਆ ਕਿ ਸਾਧੂਆਂ ਨਾਲ ਤਾਂ ਦੁਨੀਆ ਭਰੀ ਪਈ ਹੈ, ਪਰ ਕਾਮਲ ਸੰਤ ਕੋਈ ਵਿਰਲਾ ਹੀ ਹੈ, ਉਹ ਮਾਲਕ ਦੀ ਮਿਹਰ ਨਾਲ ਮਿਲਦਾ ਹੈ। ਵਚਨ ਨੰਬਰ 1148। ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਮਾਲਕ ਨੂੰ ਨਾ ਤਨ ਨੇ ਦੇਖਣਾ ਹੈ, ਨਾ ਮਨ ਨੇ ਦੇਖਣਾ ਹੈ, ਜਦੋਂ ਵੀ ਦੇਖਣਾ ਹੈ ਆਤਮਾ ਨੇ ਦੇਖਣਾ ਹੈ। ਵਚਨ ਨੰਬਰ 1149। ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਸੇਵਾ 4 ਕਿਸਮ ਦੀ ਹੁੰਦੀ ਹੈ: ਤਨ ਦੀ ਸੇਵਾ, ਮਨ ਦੀ ਸੇਵਾ, ਧਨ ਦੀ ਸੇਵਾ ਅਤੇ ਸੁਰਤ ਦੀ ਸੇਵਾ। ਇਹਨਾਂ ਚਾਰਾਂ ਨੂੰ ਇੱਕਸਾਰ ਕਰਨਾ ਜ਼ਰੂਰੀ ਹੈ। ਅਤੇ ਫਿਰ ਫਰਮਾਇਆ ਕਿ ਜਦ ਤੱਕ ਰੂਹ ਜਾਂ ਆਤਮਾ ਕਹਿ ਲਓ ਤਨ ਮਨ ਦੇ ਪਿੰਜਰੇ 'ਚ ਕੈਦ ਹੈ, ਨਹੀਂ ਨਿਕਲਦੀ, ਉਹ ਮਾਲਕ ਦੀ ਦਰਗਾਹ ਵਿੱਚ ਨਹੀਂ ਜਾ ਸਕਦੀ। ਵਚਨ ਨੰਬਰ 1150। ਫਰਮਾਇਆ ਕਿ ਅਸਲੀ ਸੱਚਾ ਸੌਦਾ ਅੱਖਾਂ ਦੇ ਪਿੱਛੇ ਜਾ ਕੇ ਸ਼ੁਰੂ ਹੁੰਦਾ ਹੈ, ਬਾਹਰ ਕੋਈ ਸੱਚਾ ਸੌਦਾ ਨਹੀਂ ਹੈ। ਇਹ ਤਾਂ ਬਿਲਡਿੰਗਾਂ ਹਨ, ਕੱਲ੍ਹ ਨੂੰ ਫਨਾ ਹੋ ਜਾਣਗੀਆਂ। ਵਚਨ ਨੰਬਰ 1151। ਵਚਨ ਪੂਜਯ ਮਨੇਰ ਸਾਹਿਬ ਜੀ। ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਸਾਰੇ ਪਰਮਾਰਥ ਦਾ ਮੂਲ ਕੀ ਹੈ, ਸਾਰੀ ਭਗਤੀ ਦਾ ਮੂਲ ਕੀ ਹੈ ਕਿ ਉਹ ਤੀਸਰੀ ਅੱਖ ਨੂੰ ਖੋਲ੍ਹਣਾ ਅਤੇ ਅੰਦਰ ਸਤਿਗੁਰੂ ਨੂੰ ਪ੍ਰਗਟ ਕਰਨਾ। ਵਚਨ ਨੰਬਰ 1152। ਫਰਮਾਇਆ ਕਿ ਜਿਸ ਤਰ੍ਹਾਂ ਸਾਨੂੰ ਇਸ ਦੇਹ ਦਾ ਪਿਆਰ ਹੈ, ਠੀਕ ਇਸੇ ਤਰ੍ਹਾਂ ਜੇ ਮਾਲਕ ਦਾ ਹੋ ਜਾਏ ਤੇ ਫਿਰ ਅੰਦਰ ਜਾ ਸਕਦਾ ਹੈ। ਵਚਨ ਨੰਬਰ 1153। ਫਰਮਾਇਆ ਕਿ ਜਿਸ ਨੂੰ ਨਾਮ ਮਿਲ ਗਿਆ ਉਹ ਮਾਲਕ ਦੇ ਜੀਵ ਹਨ। ਵਚਨ ਨੰਬਰ 1154। ਫਰਮਾਇਆ ਕਿ ਉਹ ਮਾਲਕ ਹਰ ਰੋਜ਼ ਇਸ ਜੀਵ ਲਈ ਅੱਖਾਂ ਦੇ ਪਿੱਛੇ ਤੱਕ ਆਉਂਦਾ ਹੈ, ਇਸ ਦੇ ਥੱਲੇ ਨਹੀਂ ਆਉਂਦਾ। ਉਹ ਸਤਿਗੁਰ ਇਸ ਜੀਵ ਦੀ ਇੰਤਜ਼ਾਰ 'ਚ ਹੈ ਕਿ ਕਦ ਆਵੇ। ਵਚਨ ਨੰਬਰ 1155। ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਇਹ ਆਤਮਾ ਇਤਨੀ ਕਮਜ਼ੋਰ ਹੋ ਚੁੱਕੀ ਹੈ ਕਿ ਜਦ ਤੱਕ ਇਸ ਵਿੱਚ ਨਾਮ ਦਾ ਇੰਜੈਕਸ਼ਨ ਨਾ ਲੱਗੇ ਇਹ ਬਿਲਕੁਲ ਉੱਠ ਨਹੀਂ ਸਕਦੀ। ਵਚਨ ਨੰਬਰ 1156। ਉਹ ਸਤਿਗੁਰੂ ਦਿਆਲੂ ਹੈ, ਕਿਰਪਾਲੂ ਹੈ, ਦੁੱਖਾਂ ਸੁੱਖਾਂ ਵਿੱਚ ਪਾਉਣ ਵਾਲਾ ਉਹ ਕਾਲ ਹੈ। ਵਚਨ ਨੰਬਰ 1157। ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਜਿਸ ਦਾ ਇੱਕ ਵਾਰੀ ਮਾਲਕ ਦੀ ਦਰਗਾਹ ਵਿੱਚ ਨਾਮ ਦਾਖਲ ਹੋ ਗਿਆ, ਬਸ ਜਨਮ ਮਰਨ ਦੇ ਬੰਧਨ ਖਤਮ ਹੋ ਗਏ, ਪਰ ਕੋਰਸ ਉਸ ਨੂੰ ਜ਼ਰੂਰ ਕਰਨਾ ਪਏਗਾ। ਵਚਨ ਨੰਬਰ 1158। ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਇਹ ਸਮਝਾਉਣ ਲਈ ਮਿਸਾਲਾਂ ਦੇਣੀਆਂ ਪੈਂਦੀਆਂ ਨੇ, ਨਹੀਂ ਤਾਂ ਇਹਨਾਂ ਦੀ ਜ਼ਰੂਰਤ ਹੀ ਨਹੀਂ। ਇਹ ਮਿਸਾਲਾਂ ਸਿਰਫ
ਤਸੱਲੀ ਨਹੀਂ ਲੈ। ਸਿੱਧੀ ਗੱਲ ਹੈ ਕਿ ਮਾਲਕ ਦੀ ਮਿਹਰ ਨਾਲ ਫਕੀਰ ਮਿਲ ਜਾਏ, ਫਿਰ ਇਸ ਨੂੰ ਨਾਮ ਮਿਲ ਜਾਏ, ਫਿਰ ਇਹ ਜਪੇ। ਬਸ ਇਹ ਸਾਰਾ ਨਿਚੋੜ ਇੰਨਾ ਹੀ ਹੈ। ਵਚਨ ਨੰਬਰ 1159। ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਸਤਿਗੁਰੂ ਦਾ ਸ਼ੁਰੂ ਤੋਂ ਹੀ ਇਹ ਕਾਨੂੰਨ ਹੈ ਕਿ ਜਦ ਵੀ ਕੋਈ ਜੀਵ ਗਿਆ ਹੈ ਤੇ ਫਕੀਰਾਂ ਦੇ ਜ਼ਰੀਏ ਮਾਲਕ ਦੀ ਦਰਗਾਹ 'ਚ ਗਿਆ ਹੈ, ਪਰ ਮਾਲਕ ਦੀ ਮਿਹਰ ਨਾਲ ਫਕੀਰ ਮਿਲਦਾ ਹੈ ਅਤੇ ਫਕੀਰ ਦੀ ਮਿਹਰ ਨਾਲ ਨਾਮ ਮਿਲਦਾ ਹੈ। ਵਚਨ ਨੰਬਰ 1160। ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਇੱਕ ਖਾਸ ਗੱਲ ਹੈ, ਗੌਰ ਨਾਲ ਸੁਣੋ। ਜਦੋਂ ਅਸੀਂ ਸਟੇਜ 'ਤੇ ਆਉਂਦੇ ਹਾਂ ਤਾਂ ਉਦੋਂ ਮਿਲਣ ਵਾਲੇ ਨਾ ਆਇਆ ਕਰਨ, ਕੋਈ ਸਤਿਗੁਰ ਦੇ ਖਿਆਲ 'ਚ ਆਈਏ ਤਾਂ ਹੋਰ ਰਸ ਹੈ। ਵਚਨ ਨੰਬਰ 1161। ਪਿੰਡ ਧਾਂਗੜ ਤੋਂ ਪ੍ਰੇਮੀ ਕਿਰਪਾ ਰਾਮ ਨੇ ਇੱਕ ਲੜਕੇ ਦੇ ਆਰਾਮ ਨਾਲ ਚੋਲਾ ਛੱਡਣ ਦੀ ਗੱਲ ਦੱਸਦੇ ਹੋਏ ਕਿਹਾ ਕਿ ਇੱਕ ਪ੍ਰੇਮੀਆਂ ਦਾ ਲੜਕਾ ਸੀ, ਉਸ ਨੂੰ ਥੋੜ੍ਹਾ ਬੁਖਾਰ ਸੀ ਅਤੇ ਨਾਲ ਦਸਤ ਲੱਗ ਗਏ। ਡਾਕਟਰਾਂ ਤੋਂ ਦਵਾਈ ਵਗੈਰਾ ਲਈ ਤਾਂ ਇੱਕ ਦਿਨ ਉਹ ਲੜਕਾ ਕਹਿਣ ਲੱਗਿਆ ਕਿ ਮੈਂ ਕੱਲ੍ਹ ਰਾਤ ਨੂੰ 10 ਵਜੇ ਚਲੇ ਜਾਣਾ ਹੈ ਕਿ ਮਨੇਰ ਸਾਹਿਬ ਜੀ ਲੈਣ ਆਏ ਨੇ। ਤਾਂ ਦੂਸਰੇ ਦਿਨ ਰਾਤ ਨੂੰ 10 ਵਜੇ ਤੋਂ ਪਹਿਲਾਂ ਉਸ ਦੀ ਸਿਹਤ ਬਿਲਕੁਲ ਠੀਕ ਹੋ ਗਈ ਅਤੇ ਲੜਕਾ ਕਹਿਣ ਲੱਗਿਆ ਕਿ ਸਤਸੰਗ ਲੱਗਿਆ ਹੋਇਆ ਹੈ, ਮਨੇਰ ਸਾਹਿਬ ਜੀ ਆਏ ਨੇ ਅਤੇ ਮੈਂ ਹੁਣ ਜਾਣਾ ਹਾਂ। ਥੋੜ੍ਹੀ ਦੇਰ ਬਾਅਦ ਹੀ ਉਸਨੇ ਆਪਣਾ ਚੋਲਾ ਛੱਡ ਦਿੱਤਾ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਫਕੀਰਾਂ ਦਾ ਤਾਂ ਇੱਕ ਬਹਾਨਾ ਹੈ, ਜਿਹੜੀ ਤਾਕਤ ਫਕੀਰਾਂ ਤੋਂ ਕੰਮ ਲੈਂਦੀ ਹੈ ਉਹੀ ਆਪ ਸਾਰਾ ਕੰਮ ਕਰਦੀ ਹੈ। ਅਤੇ ਪੂਜਯ ਮਨੇਰ ਸਾਹਿਬ ਜੀ ਨੇ ਪਲਟੂ ਸਾਹਿਬ ਜੀ ਦੀ ਬਾਣੀ ਵਿੱਚੋਂ ਫਰਮਾਇਆ ਕਿ ਪਲਟੂ ਸਾਹਿਬ ਫਰਮਾਉਂਦੇ ਨੇ, ਕਰੇ ਕਰਾਵੇ ਸਾਈਆਂ, ਕਿ ਕਰਦਾ ਤਾਂ ਆਪ ਹੈ, ਮਾਲਕ ਸ਼ੋਭਾ ਆਦਮੀ ਦੀ ਹੈ। ਅਤੇ ਪਲਟੂ ਸਾਹਿਬ ਜੀ ਦੀ ਬਾਣੀ ਫਿਰ ਫਰਮਾਈ ਕਿ ਦੇਤ ਲੇਤ ਹੈ ਆਪ ਹੀ, ਪਲਟੂ ਪਲਟੂ ਸ਼ੋਰ। ਅਤੇ ਫਰਮਾਇਆ ਕਿ ਸਤਿਗੁਰ ਕਰਦਾ ਤਾਂ ਆਪ ਹੈ ਅਤੇ ਬਦਨਾਮੀ ਸਾਨੂੰ ਦਿੰਦਾ ਹੈ। ਵਚਨ ਨੰਬਰ 1162। ਅੱਜ ਡੇਰਾ ਜਗਮਾਲ ਵਾਲੀ ਵਿੱਚ ਸਤਸੰਗ ਤੋਂ ਬਾਅਦ ਸੋਮਵਾਰ ਨੂੰ ਨਾਮ ਦੇਣ ਤੋਂ ਪਹਿਲਾਂ ਪੂਜਯ ਮਨੇਰ ਸਾਹਿਬ ਜੀ ਨੇ ਸੰਗਤ ਦੀ ਛਟਾਈ ਕੀਤੀ ਅਤੇ ਖਾਸ ਅਧਿਕਾਰੀਆਂ ਨੂੰ ਹੀ ਅੰਦਰ ਰੱਖਿਆ ਗਿਆ। ਅਤੇ ਨਾਮ ਵਾਲਿਆਂ ਵਿੱਚ ਇੱਕ ਬਜ਼ੁਰਗ ਬਾਬਾ ਸੀ। ਉਸ ਬਜ਼ੁਰਗ ਨੂੰ ਪੂਜਯ ਮਨੇਰ ਸਾਹਿਬ ਜੀ ਨੇ ਪੁੱਛਿਆ ਕਿ ਬਾਬਾ ਜੀ, ਤੁਹਾਡੀ ਉਮਰ ਬਹੁਤ ਹੋ ਗਈ ਹੈ, ਤੁਹਾਨੂੰ ਨਾਮ ਨਹੀਂ ਮਿਲਣਾ। ਤਾਂ ਬਜ਼ੁਰਗ ਕਹਿਣ ਲੱਗਿਆ ਕਿ ਨਹੀਂ ਜੀ, ਮੈਨੂੰ ਤਾਂ ਨਾਮ ਜ਼ਰੂਰ ਦਿਓ। ਅਤੇ ਫਿਰ ਉਸ ਬਜ਼ੁਰਗ ਨੇ ਕਿਹਾ ਕਿ ਮੈਂ ਤਾਂ ਬੜੀ ਸ਼ਰਧਾ ਨਾਲ ਅਤੇ ਬੜੀ ਦੂਰੋਂ ਕਿਰਾਇਆ ਖਰਚ ਕੇ ਆਇਆ ਹਾਂ, ਮੈਂ ਤਾਂ ਨਾਮ ਜ਼ਰੂਰ ਲੈਣਾ ਹੈ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਬੜੇ ਪ੍ਰੇਮ ਨਾਲ ਕਿਹਾ ਕਿ ਬਾਬਾ, ਤੇਰਾ ਬੋਝ ਕੌਣ ਚੱਕੇਗਾ, ਤੈਨੂੰ ਨਾਮ ਦੇਣਾ ਮੁਸ਼ਕਲ ਹੈ। ਤਾਂ ਬਾਬਾ ਬਹੁਤ ਹੀ ਭੋਲੇਪਣ 'ਚ ਕਹਿਣ ਲੱਗਿਆ, ਨਹੀਂ ਮਹਾਰਾਜ, ਮੈਨੂੰ ਨਾਮ ਦਿਓ, ਜਿਉਣ ਜੋਗਿਆ ਐ ਨਾ ਕਰ, ਮੈਂ ਤਾਂ ਤੇਰਾ ਰੋਜ਼ ਨਾਮ ਲੈ ਕੇ ਲੰਮਾ ਪੈਂਦਾ ਹਾਂ। ਅਤੇ ਬਾਬੇ ਦੀ ਗੱਲ ਸੁਣ ਕੇ ਪੂਜਯ ਮਨੇਰ ਸਾਹਿਬ ਜੀ ਅਤੇ ਸਾਰੀ ਸੰਗਤ ਬਹੁਤ ਹੀ ਹੱਸੀ। ਫਿਰ ਬਜ਼ੁਰਗ ਨੇ ਬਹੁਤ ਹੀ ਪ੍ਰੇਮ ਨਾਲ ਬੇਨਤੀ ਕਰਦੇ ਹੋਏ ਕਿਹਾ ਕਿ ਬਾਬਾ ਐ ਨਾ ਕਰ, ਹੁਣ ਤਾਂ ਮੈਂ ਤੇਰੇ ਦਰ ਤੋਂ ਝੋਲੀ ਲੈ ਕੇ ਆਇਆ ਹਾਂ ਅਤੇ ਮੈਨੂੰ ਖੈਰ ਪਾ ਦੇ, ਮੈਨੂੰ ਖਾਲੀ ਨਾ ਮੋੜ। ਤਾਂ ਉਸ ਬਜ਼ੁਰਗ ਦਾ ਪਿਆਰ ਦੇਖ ਕੇ ਪੂਜਯ ਮਨੇਰ ਸਾਹਿਬ ਜੀ ਮੁਸਕਰਾਏ ਅਤੇ ਮਜਬੂਰ ਹੋ ਗਏ ਅਤੇ ਬਾਬੇ ਨੂੰ ਫਰਮਾਇਆ ਕਿ ਚੰਗਾ ਬਈ, ਫਿਰ ਵਾਅਦਾ ਕਰ ਕਿ 1 ਮਿੰਟ ਵੀ ਸਿਮਰਨ ਨਹੀਂ ਛੱਡੇਗਾ। ਅਤੇ ਉਸ ਦੇ ਬਾਅਦ ਸਾਰੀ ਸੰਗਤ ਨੂੰ ਨਾਮ ਦੀ ਦਾਤ ਬਖਸ਼ੀ। ਵਚਨ ਨੰਬਰ 1163। ਅੱਜ ਰਾਜਸਥਾਨ ਖੇਤੜੀ ਤੋਂ ਆਈ ਸੰਗਤ ਨੇ ਪੂਜਯ ਮਨੇਰ ਸਾਹਿਬ ਜੀ ਦੇ ਹੁਕਮ ਮੁਤਾਬਕ ਰਾਤ ਦੀ ਮਜਲਿਸ 'ਚ ਸ਼ਬਦ ਬੋਲਿਆ ਤਾਂ ਇੱਕ ਕੜੀ ਵਿੱਚ ਉਹਨਾਂ ਨੇ ਪੂਜਯ ਮਨੇਰ ਸਾਹਿਬ ਜੀ ਦਾ ਨਾਮ ਬੋਲ ਦਿੱਤਾ, ਜਿਸ ਦੇ ਬਾਰੇ ਪੂਜਯ ਮਨੇਰ ਸਾਹਿਬ ਜੀ ਨੇ ਚੇਤਾਵਨੀ ਦਿੰਦੇ ਹੋਏ ਫਰਮਾਇਆ, ਬਈ ਇਸ ਤਰ੍ਹਾਂ ਨਹੀਂ, ਬਈ ਅਸੀਂ ਤੁਹਾਨੂੰ ਸਤਿਗੁਰ ਦਾ ਅੰਦਰ ਦੱਸਿਆ ਹੈ, ਬਾਹਰ ਨਹੀਂ। ਅੰਦਰ ਵਾਲੇ ਦਾ ਹੁਕਮ ਹੈ, ਜੋ ਚੀਜ਼ ਹੈ ਹੁਕਮ ਨਾਲ ਮਿਲਦੀ ਹੈ। ਵਚਨ ਨੰਬਰ 1164। ਖੇਤੜੀ ਦੀ ਭਜਨ ਮੰਡਲੀ ਨੇ ਕਬੀਰ ਸਾਹਿਬ ਜੀ ਦੀ ਬਾਣੀ ਹਰੀ ਰਸ ਮੀਠਾ ਰੇ ਭਾਈ, ਜਿਸ ਕੋ ਪੀਏ ਬਿਰਲਾ ਕੋਏ ਬੋਲੀ ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਬਾਣੀ 'ਚ ਵੀ ਹੈ, ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮੁਖ ਵਿਰਲੇ ਚਖ ਡੀਠਾ। ਤਾਂ ਫਿਰ ਫਰਮਾਇਆ, ਇੱਕ ਹੀ ਗੱਲ ਹੈ, ਉਹੀ ਕਬੀਰ ਕਹਿੰਦਾ ਹੈ। ਵਚਨ ਨੰਬਰ 1165। ਇਸੇ ਮਜਲਿਸ ਵਿੱਚ ਇੱਕ ਸ਼ਬਦ ਦੀ ਕੜੀ 'ਚ ਆਇਆ ਕਿ ਮਾਖਣ ਖਾ ਗਿਓ ਕਬੀਰੋ, ਛਾਛ ਪੀਓ ਸੰਸਾਰ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਮੱਖਣ ਤਾਂ ਕਬੀਰ ਖਾ ਗਿਆ ਅਤੇ ਸਾਰੀ ਦੁਨੀਆ ਲੱਸੀ ਪੀ ਰਹੀ ਹੈ। ਇਹੀ ਮੌਲਵੀ ਰੂਮ ਨੇ ਕਿਹਾ ਹੈ ਕਿ ਅਸੀਂ ਕੁਰਾਨ ਦੇ ਮਗਜ਼ ਨੂੰ ਕੱਢ ਲਿਆ ਹੈ
ਤੇ ਹੱਡੀਆਂ ਸ਼ਰੀਅਤ ਵਾਲਿਆਂ ਦੇ ਅੱਗੇ ਸਿੱਟ ਦਿੱਤੀਆਂ ਨੇ ਕਿ ਕੁੱਤਿਆਂ ਦੀ ਤਰ੍ਹਾਂ ਲੜੋ ਤੇ ਮਰੋ। ਤੇ ਫਿਰ ਫਰਮਾਇਆ ਕਿ ਘੀ ਕਿਸ ਤਰ੍ਹਾਂ ਨਿਕਲਦਾ ਹੈ। ਦੁੱਧ ਨੂੰ ਰਿੜਕ ਕੇ ਇਹ ਵੀ ਸਿਮਰਨ ਕਰੇ ਤੇ ਘੀ ਕੱਢੇ। ਤੇ ਫਿਰ ਫਰਮਾਇਆ ਕਿ ਫਿਰ ਕਹਿੰਦੇ ਨੇ ਕਿ ਕੋਈ ਗੱਲ ਨਹੀਂ, ਕਬੀਰ ਮੱਖਣ ਖਾ ਗਿਆ ਤਾਂ ਕੋਈ ਗੱਲ ਨਹੀਂ, ਸਾਡੇ ਕੋਲ ਤਾਂ ਗਾਂ ਹੈ, ਉਸ ਨੂੰ ਨੀਰਾ ਪਾ ਕੇ ਦੁੱਧ ਕੱਢੋ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਲਈ ਸਿਰਫ ਇੰਨਾ ਹੀ। ਕੱਲ੍ਹ ਫੇਰ ਆਪਣੇ ਪਿਆਰੇ ਮੁਰਸ਼ਦ ਪੂਜਯ ਮਨੇਰ ਸਾਹਿਬ ਜੀ ਦੇ ਅਨਮੋਲ ਵਚਨਾਂ ਦਾ ਖਜ਼ਾਨਾ ਲੈ ਕੇ ਆਪ ਜੀ ਨਾਲ ਰੂਬਰੂ ਹੋਵਾਂਗਾ। ਤਦ ਤੱਕ ਦੇ ਲਈ ਇਸ ਨਾਚੀਜ਼ ਨੂੰ ਇਜਾਜ਼ਤ ਦਿਓ ਤੇ ਨਾਲ ਹੀ ਮੇਰੀ ਦੋਨੋਂ ਹੱਥ ਜੋੜ ਕੇ ਪਿਆਰ ਭਰੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਹਾਜ਼ਰ ਨਾਜ਼ਰ ਜਿੰਦਾ ਰਾਮ ਤੇਰਾ ਹੀ ਆਸਰਾ ਕਬੂਲ ਫਰਮਾਓ।